ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਸ਼੍ਰੋਮਣੀ ਅਕਾਲੀ ਦਲ ਬਾਦਲ ਮੁਰਦਾਬਾਦ, ਸ਼੍ਰੋਮਣੀ ਅਕਾਲੀ ਦਲ ਬਾਦਲ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਗੋਲੀਆਂ ਮਾਰ ਕੇ 2 ਸਿੰਘ ਸ਼ਹੀਦ ਹੋਏ, ਸੈਂਕੜੇ ਉੱਥੇ ਜ਼ਖਮੀ ਹੋਏ। ਇਹ ਸਾਰਾ ਕੁਝ ਜਿਹੜਾ ਵਾ ਉਸ ਵੇਲੇ ਤੋਂ ਤੁਹਾਨੂੰ ਵੀ ਪਤਾ ਆ, ਸਾਰੀ ਦੁਨੀਆ ਜਾਣਦੀ ਆ ਕਿ ਇਹ ਸੌਦਾ ਸਾਧ ਰਾਮ ਰਹੀਮ ਦੀਆਂ ਵੋਟਾਂ ਬਟੋਰਨ ਵਾਸਤੇ ਸਭ ਕੁਝ ਕੀਤਾ ਗਿਆ। ਏਡੀ ਵੱਡੀ ਗੱਲ ਹੋਈ ਹੋਵੇ ਤੇ ਅਜੇ ਤੱਕ ਨਾ ਤਾਂ ਮੈਂ ਸਮਝਾਂ ਵੀ 1.5 ਸਾਲ ਬਾਦਲ ਸਰਕਾਰ ਨੇ ਤੇ ਸਮਝੋ ਮੈਂ ਸਮਝਾਂ ਵੀ ਉਹਨਾਂ ਦੇ ਸਿੰਘ ਵੀ ਉੱਥੇ ਸ਼ਹੀਦ ਕਰਤੇ, ਸੈਂਕੜੇ ਜ਼ਖਮੀ ਵੀ ਕਰ ਦਿੱਤੇ। ਉਹਨਾਂ ਨੇ ਤੇ ਕਹਾਣ ਨੂੰ ਕੀ ਲੈਣਾ ਸੀਗਾ। 3.5 ਸਾਲ ਕੈਪਟਨ ਦੇ ਹੋ ਗਏ, ਇਹਨੇ ਕੱਖ ਨਹੀਂ ਕੀਤਾ। ਉਹ ਤੁਹਾਡੇ ਸਾਹਮਣੇ ਆ। ਨਾ ਤਾਂ ਉਹਨੇ ਵੀ ਸਹੁੰ ਖਾਧੀ ਸੀ ਵੀ ਮੈਂ 4 ਹਫ਼ਤਿਆਂ ਦੇ ਅੰਦਰ ਅੰਦਰ ਬਰਗਾੜੀ ਦੇ ਦੋਸ਼ੀ ਫੜ ਕੇ ਜੇਲ੍ਹਾਂ 'ਚ ਸੁੱਟੂੰਗਾ, ਤੇ ਇਹ ਵੀ ਕਿਹਾ ਸੀ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰੂੰਗਾ, ਤੇ ਦੋਵੇਂ ਚੀਜ਼ਾਂ ਨਹੀਂ ਕੀਤੀਆਂ। ਕਿਉਂਕਿ ਹਾਲੇ ਤੱਕ ਕੋਈ ਵੀ ਮੁਜਰਮ ਨਹੀਂ ਫੜਿਆ, ਤੇ ਇਹਦਾ ਮਤਲਬ ਸਿੱਧਾ ਮਤਲਬ ਇਹ ਹੈ ਕਿ ਕਿਧਰੇ ਨਾ ਕਿਧਰੇ ਐਡਮਿਨਿਸਟ੍ਰੇਸ਼ਨ ਨੂੰ ਇਸ ਚੀਜ਼ ਨੂੰ ਦਬਾਉਣ 'ਚ ਲੱਗੀ। ਸਾਰੀ ਦੁਨੀਆ ਨੂੰ ਪਤਾ ਵੀ ਸੁਖਬੀਰ ਨੇ ਆਪਣੀ ਵੋਟਾਂ ਦੀ ਖਾਤਰ ਰਾਮ ਰਹੀਮ ਨਾਲ ਇਹ ਵੋਟਾਂ ਲੈਣ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋ ਵੀ ਕੁਛ ਕੀਤਾ ਇਹਨੇ ਸੁਖਬੀਰ ਬਾਦਲ ਨੇ ਕੀਤਾ ਤੇ ਬਿਕਰਮ ਮਜੀਠੀਆ ਨੇ ਵੀ ਕੀਤਾ। ਸਰਕਾਰ ਜਿਹੜੀ ਇਹ ਬਾਦਲ ਸਾਹਿਬ ਦਾ ਕਿਹੜੀ ਤੁਰੀ ਜਾਂਦੀ ਦੇਖ ਪੈਂਦੀ ਆ, ਤੇ ਕੀ ਗੱਲ ਇਹਨੂੰ ਅਜੇ ਤੱਕ 2.5 ਸਾਲ ਇਹਨੇ ਉਸ ਟਾਈਮ ਤੇ ਵੀ ਕੱਟੇ ਆ। ਇਹਨੂੰ ਨਹੀਂ ਸੀ ਪਤਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਬੀੜਾਂ ਕਿੱਥੇ ਨੇ, ਕਿੰਨੇ ਸਰੂਪ ਜਿਹੜੇ ਬਾਜ਼ਾਰਾਂ ਦੇ ਵਿੱਚ ਸਾੜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁਰਜ ਜੋਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੁੰਦੇ ਆ, ਬਰਗਾੜੀ ਦੇ ਵਿੱਚ ਖਿਲਾਰ ਦਿੱਤੇ ਜਾਂਦੇ ਆ, ਸੰਤਾਪ ਭੋਗਣਾ ਪੈਂਦਾ ਵਾ ਕੌਮ ਨੂੰ। ਲੰਮਾ ਸਮਾਂ ਸੰਘਰਸ਼ ਵੀ ਹੁੰਦੇ ਆ, ਪਰ ਅਸਫਲਤਾ ਤੁਹਾਡੇ ਸਾਹਮਣੇ ਆ। ਬਰਗਾੜੀ ਕਾਂਡ ਦੀ ਗੱਲ ਕਰੀਏ, ਬੁਰਜ ਜੋਹਰ ਸਿੰਘ ਵਾਲਾ ਦੀ ਗੱਲ ਕਰੀਏ, ਜਾਂ ਬਹਿਬਲ ਗੋਲੀ ਕਾਂਡ ਦੀ, ਅਜੇ ਸਾਰਾ ਕੁਝ ਹੀ ਪੈਂਡਿੰਗ ਪਿਆ। ਇਨਸਾਫ ਵਾਸਤੇ ਜਦੋਜਹਿਦ ਹੋ ਰਹੀ ਆ। ਕੁਝ ਦਿਨ ਪਹਿਲਾਂ ਦੀ ਗੱਲ ਆ, ਪਿੰਡ ਕਲਿਆਣ ਦੇ ਵਿੱਚ ਫਿਰ ਇੱਕ ਗੁਰੂ ਸਾਹਿਬ ਦਾ ਸਰੂਪ ਚੋਰੀ ਹੋ ਜਾਂਦਾ। ਸਰਕਾਰਾਂ ਅਜੇ ਵੀ ਚੁੱਪ ਆ, ਵਿਰੋਧੀ ਧਿਰ ਕਿਤੇ ਨਾ ਕਿਤੇ ਆਵਾਜ਼ ਚੁੱਕ ਰਹੀ ਆ। ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤੇ ਉਹਨਾਂ ਨੇ ਬੜਾ ਵੱਡੇ ਤੌਰ ਤੇ ਪ੍ਰੋਟੈਸਟ ਕੀਤਾ, ਤੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਦੀ ਗੱਲ ਕਰੀਏ ਤੇ ਉਸ ਪਿੰਡ ਦੇ ਵਿੱਚ ਬੈਠ ਜਾਂਦੇ ਆ ਜਾ ਕੇ। ਵੇਖਦੇ ਆ ਜੇ ਬੁਰਜ ਜੋਹਰ ਸਿੰਘ ਵਾਲਾ ਇਨਸਾਫ ਨਹੀਂ ਮਿਲਿਆ ਤੇ ਕਲਿਆਣਪੁਰ ਪਿੰਡ ਦਾ ਜਿਹੜਾ ਸਰੂਪ ਚੋਰੀ ਹੋਇਆ ਉਹ ਲੱਭਣ ਦੇ ਵਿੱਚ ਅਕਾਲੀ ਦਲ ਆਪਣੀ ਪੂਰੀ ਭੂਮਿਕਾ ਨਿਭਾਉਂਦਾ। ਐਸਜੀਪੀਸੀ ਕੀ ਕੰਮ ਕਰਦੀ ਹੈ ਉਹਦੇ ਉੱਤੇ। ਤੇ ਜੇ ਅੱਜ ਦੀ ਗੱਲ ਕਰਦੇ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰਾ ਹੋਇਆ ਟਕਸਾਲੀ ਅਕਾਲੀ ਦਲ ਅੱਜ ਆਵਾਜ਼ ਚੁੱਕ ਰਿਹਾ। ਸ਼ਾਇਦ ਬਰਗਾੜੀ ਜਦੋਂ ਆਵਾਜ਼ਾਂ ਚੱਕਣੀਆਂ ਸੀ ਨਾ, ਉਦੋਂ ਆਮ ਲੋਕ ਰੋਡਾਂ 'ਤੇ ਸੀ, ਪਰ ਅਕਾਲੀ ਦਲ ਚੁੱਪ ਸੀ। ਅੱਜ ਅਕਾਲੀ ਦਲ ਆਵਾਜ਼ ਚੁੱਕ ਰਿਹਾ, ਕਾਂਗਰਸ ਸਰਕਾਰ ਆ। ਇਹ ਕੀ ਕਾਰਨ ਆ, ਇਹ ਪੁੱਛਦੇ ਆ ਮਨਮੋਹਨ ਸਿੰਘ ਸਠਿਆਲਾ। ਕੋਈ ਗੱਲ ਨਹੀਂ, ਪਹਿਲਾਂ ਤੁਹਾਡੇ ਨਾਲ ਆਪਾਂ ਗੱਲ ਕਰਦੇ ਸਠਿਆਲਾ ਸਾਹਿਬ, ਕਿਉਂਕਿ ਸਰਕਾਰ ਦਰਬਾਰ ਦੇ ਵਿੱਚ ਤੁਹਾਡਾ ਵੀ ਯੋਗਦਾਨ ਰਿਹਾ ਵਾ। ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪਹਿਲਾਂ ਮੈਂ ਤੁਹਾਡੇ ਨਾਲ ਕਰੂੰਗਾ ਕਿ ਬਰਗਾੜੀ ਦੇ ਵਿੱਚ ਵੀ ਇਹੋ ਕਾਂਡ ਵਾਪਰਿਆ ਸੀ, ਫਿਰ ਲੰਬੇ ਸਮੇਂ ਬਾਅਦ ਫਿਰ ਸਰੂਪ ਚੋਰੀ ਹੁੰਦਾ ਵਾ, ਤੇ ਉਹ ਸਰੂਪ ਬਾਰੇ ਇਸ ਟਾਈਮ ਅਕਾਲੀ ਦਲ ਵੀ ਪੱਪਾਂ ਭਾਰਾ। ਐਸਜੀਪੀਸੀ ਦੇ ਪ੍ਰਧਾਨ ਸਾਹਿਬ ਉੱਥੇ ਬਹਿ ਜਾਂਦੇ ਆ, ਅਕਾਲੀ ਦਲ ਟਕਸਾਲੀ ਵੀ ਇਸ ਟਾਈਮ ਮੈਮੋਰੰਡਮ ਦੇ ਰਿਹਾ ਵਾ। ਕੀ ਕਾਰਨ ਹੋ ਸਕਦਾ? ਗੱਲ ਆ ਵੀ ਜਿਹੜਾ ਤੁਸੀਂ ਸ਼੍ਰੋਮਣੀ ਕਮੇਟੀ ਤੇ ਉਹਨਾਂ ਨੂੰ ਪੱਬਾਂ ਭਾਰ ਕਹਿੰਦੇ ਜੇ, ਤੇ ਮੈਨੂੰ ਬੜੀ ਹੈਰਾਨੀ ਦੀ ਗੱਲ ਆ ਕਿ ਜੇ ਬਰਗਾੜੀ ਕਾਂਡ ਅਕਾਲੀ ਸਰਕਾਰ ਵੇਲੇ ਹੋਇਆ ਤੇ 1.5 ਸਾਲ ਇਹਨਾਂ ਦੀ ਸਰਕਾਰ ਰਹੀ, ਤੇ ਉੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਔਰ ਉਹਦੇ ਸੰਬੰਧ ਵਿੱਚ ਪੂਰਮਨ ਢੰਗ ਨਾਲ ਲੋਕ ਉੱਥੇ ਬੈਠੇ ਸੀਗੇ ਇਨਸਾਫ ਲੈਣ ਵਾਸਤੇ, ਤੇ ਉਹਨਾਂ ਨੂੰ ਇਨਸਾਫ ਦੇਣ ਦੀ ਥਾਂ ਤੇ ਲੋਕਾਂ ਨੂੰ ਉੱਥੇ ਗੋਲੀਆਂ ਮਾਰੀਆਂ। ਉਹ ਕਿੰਨੇ ਮਾਰੀਆਂ? ਕਿਹਦੀ ਸਰਕਾਰ ਸੀ? ਗੋਲੀਆਂ ਮਾਰ ਕੇ 2 ਸਿੰਘ ਸ਼ਹੀਦ ਹੋਏ, ਸੈਂਕੜੇ ਉੱਥੇ ਜ਼ਖਮੀ ਹੋਏ।
ਇਹ ਸਾਰਾ ਕੁਝ ਜਿਹੜਾ ਵਾ ਉਸ ਵੇਲੇ ਤੋਂ ਤੁਹਾਨੂੰ ਵੀ ਪਤਾ ਆ, ਸਾਰੀ ਦੁਨੀਆ ਜਾਣਦੀ ਆ ਕਿ ਇਹ ਸੌਦਾ ਸਾਧ ਰਾਮ ਰਹੀਮ ਦੀਆਂ ਵੋਟਾਂ ਬਟੋਰਨ ਵਾਸਤੇ ਸਭ ਕੁਝ ਕੀਤਾ ਗਿਆ। ਸਾਰਿਆਂ ਨੇ ਕੀਤਾ ਕੁਛ ਨਹੀਂ। ਤੇ ਅੱਜ ਇਹ ਜਿਹੜੇ ਆ ਮਗਰਮੱਛ ਵਾਲੇ ਹੰਝੂ ਕਿਤਨਾ ਇਹ ਕੇਰਨ ਰਹੇ ਆ, ਇਹ ਕਿਹੜੇ ਮੂੰਹ ਨਾਲ ਕਹਿਣ ਰਹੇ ਆ ਵੀ ਇਹ ਘਟਨਾ ਜਿਹੜੀਆਂ ਹੋ ਰਹੀਆਂ ਨੇ। ਸਾਹਿਬ ਮੈਂ ਤੁਹਾਡੀ ਗੱਲ ਰੋਕਦਾ, ਮੈਂ ਇੱਥੋਂ ਹੀ ਜ਼ਿਕਰ ਕੀਤਾ ਸੀ ਕਿ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੁੰਦੇ ਆ, ਅਕਾਲੀ ਦਲ ਦੇ ਰਾਜ 'ਚ ਚੋਰੀ ਹੁੰਦੇ ਆ, ਸਾਨੂੰ ਚੇਤਾ ਨਹੀਂ ਹੁੰਦਾ। ਅਕਾਲੀ ਦਲ ਟਕਸਾਲੀ ਵੀ ਉਸ ਟਾਈਮ ਦੇ ਉੱਤੇ ਨਾਲ ਸੀ। ਅਕਾਲੀ ਦਲ ਟਕਸਾਲੀ ਨੂੰ ਸ਼ਾਇਦ ਵੱਖਰੇ ਹੋ ਕੇ ਚੇਤਾ ਆਇਆ, ਅਕਾਲੀ ਦਲ ਟਕਸਾਲੀ ਵੀ ਉਦੋਂ ਬ੍ਰਹਮਪੁਰਾ ਸਾਹਿਬ ਵੀ ਰੋਡ ਤੇ ਨਹੀਂ ਆਏ। ਉਦੋਂ ਵੇਖੋ ਇਹ ਤਾਂ ਗੱਲ ਬੜੀ ਬ੍ਰਹਮਪੁਰਾ ਜੀ ਨੇ ਵੀ ਸਾਰਿਆਂ ਨੇ ਨਾ ਕਹੀ ਆ ਕਿ ਅਸੀਂ ਉਸ ਸਮੇਂ ਪਾਰਟੀ ਦੇ ਵਿੱਚ ਹਰ ਗੱਲ ਉਠਾਉਂਦੇ ਰਹੇ ਆ, ਅਸੀਂ ਮੁੱਦੇ ਉਠਾਉਂਦੇ ਰਹੇ ਆ। ਅਖਬਾਰਾਂ ਦੇ ਵਿੱਚ ਜਾਂ ਵੀਡੀਓ ਜਾਂ ਕਿਤੇ ਅਖਬਾਰਾਂ 'ਚ ਵੀ ਆਉਂਦੀਆਂ ਰਹੀਆਂ, ਬਹੁਤ ਜਗ੍ਹਾ ਤੁਸੀਂ ਵੇਖੋਗੇ ਕਿ ਬ੍ਰਹਮਪੁਰਾ ਸਾਹਿਬ ਨੇ ਤੇ ਇਹਨਾਂ ਤੇ ਹਮੇਸ਼ਾ ਹੀ ਜਿਹੜੀ ਆ ਆਵਾਜ਼ ਜਿਹੜੀ ਆ ਢੀਂਡਸਾ ਸਾਹਿਬ ਨੇ ਇਹਨਾਂ ਤੇ ਬੜੀ ਤਗੜੇ ਹੋ ਕੇ ਆਵਾਜ਼ ਉਠਾਉਂਦੇ ਰਹੇ। ਇਹ ਜਿਹੜੀ ਹੁਣ ਤਗੜੇ ਹੋ ਕੇ ਆਵਾਜ਼ ਚੁੱਕੀ ਆ, ਇਹ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਚੁੱਕੀ ਗਈ ਆ, ਸ਼੍ਰੋਮਣੀ ਅਕਾਲੀ ਦੇ ਵਿਰੰਧਿਆ ਹੋਇਆ ਵਾ। ਵੀ ਤਾਂ ਹੀ ਹੋਏ ਆ। ਵੇਖੋ ਬੜੀ ਇੱਕ ਕਲੀਅਰ ਗੱਲ ਆ ਕਿ ਵਿਦਨ ਪਾਰਟੀ ਇੱਕ ਡਿਸਪਲਿਨ ਹੁੰਦਾ ਆ, ਵਿਦਨ ਪਾਰਟੀ ਤੁਸੀਂ ਤਗੜੇ ਹੋ ਕੇ ਬੋਲਣਾ ਚਾਹੀਦਾ ਸੀ। ਗੁਰੂ ਗ੍ਰੰਥ ਸਾਹਿਬ ਤੋਂ ਡਿਸਪਲਿਨ ਵੱਡਾ ਹੋ ਸਕਦਾ? ਅਕਾਲੀ ਦਲ ਵਾਸਤੇ ਡਿਸਪਲਿਨ ਵੱਡਾ ਜਾਂ ਗੁਰੂ ਗ੍ਰੰਥ ਸਾਹਿਬ? ਨਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਭ ਤੋਂ ਉੱਤਮ ਨੇ, ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਕੇ ਹੀ ਇਹਨਾਂ ਨੂੰ ਬਾਦਲ ਕਿਆਂ ਨੂੰ ਇਹਨਾਂ ਨੇ ਰੌਲਾ ਪਾਉਂਦੇ ਰਹੇ ਵੀ ਇਹ ਬਾਦਲ ਸਾਹਿਬ ਇਹ ਬੜਾ ਮਾੜੀ ਗੱਲ ਆ, ਇਹ ਕਰ ਦਿਓ, ਇਹ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਫਿਰ ਇਹ ਵੀ ਆ ਵੀ ਜਦੋਂ ਸਰਕਾਰ ਜਿਹੜੀ ਆ 10 ਸਾਲ ਇਹਨਾਂ ਦੀ ਰਹੀ ਤੇ ਉਹਦੇ ਮਗਰੋਂ ਆਣ ਕੇ ਜਦੋਂ ਉਹਨਾਂ ਵੇਖਿਆ ਵੀ ਇਹ ਸਾਹੀ ਦੇ ਤੀਜੇ ਨੰਬਰ ਤੇ ਆਏ ਆ, ਤੇ ਉਦੋਂ ਵੀ ਬ੍ਰਹਮਪੁਰੇ ਹੋਣਾ ਨੇ ਤੇ ਢੀਂਡਸਾ ਸਾਹਿਬ ਨੇ ਇਹੋ ਹੀ ਕਿਹਾ ਨਾ ਵੀ ਤੁਸੀਂ ਇਹ ਜਿਹੜੀ ਇਹਨੂੰ ਸੁਖਬੀਰ ਨੂੰ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਪਾਰਟੀ ਜਿਹੜੀ ਆ ਇਹ ਬਹੁਤ ਥੱਲੇ ਚਲੇ ਗਈ ਆ, ਨੰਬਰ 2 ਤੇ ਵੀ ਨਹੀਂ ਆ ਸਕੀ। 10 ਸਾਲ ਰਾਜ ਰਿਹਾ ਹੋਵੇ। ਹਾਰਨ ਤੋਂ ਬਾਅਦ ਯਾਦ ਆਇਆ ਨਾ, ਮੈਂ ਉਹ ਗੱਲ ਕਰਦਾ, ਹਾਰਨ ਤੋਂ ਬਾਅਦ ਯਾਦ ਆਇਆ। ਹਾਰਨ ਤੋਂ ਬਾਅਦ ਤੇ ਅਸਤੀਫੇ ਦੇਣ ਦੀ ਗੱਲ ਆਈ, ਤੇ ਜਦੋਂ ਅਸਤੀਫਾ ਨਹੀਂ ਦਿੱਤਾ ਇਹ ਬਾਹਰ ਆ ਗਏ। ਜੇ ਰਾਜ ਭਾਗ ਮਿਲ ਜਾਂਦਾ ਤਾਂ ਫਿਰ ਆਪਾਂ ਨਹੀਂ ਸੀ ਬੋਲਣਾ। ਮਤਲਬ ਸਠਿਆਲਾ ਸਾਹਿਬ ਮਾਫ ਕਰਨਾ, ਮੈਂ ਤਾਂ ਇੱਕ ਵਾਰੀ ਦੱਸਣਾ ਚਾਹੂੰਗਾ ਕਿ ਮਨਮੋਹਨ ਸਿੰਘ ਸਠਿਆਲਾ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਅਕਾਲੀ ਦਲ ਵਿੱਚ ਰਾਜ ਭਾਗ ਵੀ ਭੋਗਿਆ, ਪਰ ਉਸ ਤੋਂ ਵਿੱਚੋਂ ਬਾਹਰ ਵੀ ਕੱਢ ਦਿੱਤਾ ਜਾਂਦਾ ਰਿਹਾ। ਜੇ ਪੁਰਾਣੀ ਆਪਾਂ ਗੱਲ ਕਰੀਏ, ਸਠਿਆਲਾ ਸਾਹਿਬ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਿਤੇ ਨਾ ਕਿਤੇ ਹਿੱਸਾ ਰਹੇ ਆ, ਪਰ ਇਸ ਟਾਈਮ ਦੇ ਉੱਤੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਖਰਾ ਹੋ ਚੁੱਕਾ, ਸ਼੍ਰੋਮਣੀ ਅਕਾਲੀ ਦਲ ਬ੍ਰਹਮਪੁਰਾ ਢੀਂਡਸਾ ਸਾਹਿਬ ਸਾਰੇ ਵੱਖੋ ਵੱਖਰੇ ਹੋ ਚੁੱਕੇ ਆ। ਇਹ ਸਾਰੇ ਵੱਖੋ ਵੱਖਰੇ ਹੋ ਕੇ ਇਕਜੁੱਟਤਾ ਦਾ ਪ੍ਰਗਟਾਵਾ ਕਰ ਰਹੇ ਆ। ਠੀਕ ਹੈ। ਹਾਂ, ਅਕਾਲੀ ਦਲ ਬਾਦਲ ਤੋਂ ਵੱਖਰੇ ਹੋ ਕੇ ਹੀ ਮੈਂ ਕਹਿ ਰਿਹਾ ਕਿ ਚੇਤਾ ਆਉਂਦਾ ਇੱਕ। ਨਹੀਂ, ਉਹ ਵੇਖੋ ਵੱਖਰੇ ਆਫਟਰ ਆਲ ਇੱਕ ਸਟੇਜ ਆਉਂਦੀ ਆ ਜਦੋਂ ਪਾਰਟੀ ਦੇ ਵਿੱਚ, ਜਦੋਂ ਪਾਣੀ ਜਿਹੜਾ ਨਾ ਉਹ ਸਿਰ ਉੱਤੋਂ ਦੀ ਲੰਘ ਜਾਂਦਾ ਆ, ਫਿਰ ਤੁਹਾਨੂੰ ਅੱਡ ਵੀ ਹੋਣਾ ਪੈਂਦਾ। ਆਪਾਂ ਘਰਾਂ ਦੇ ਵਿੱਚ ਵੀ ਕਿੰਨੇ ਜਿਹੜੇ ਘਰਾਂ ਦੇ ਮਸਲੇ ਹੁੰਦੇ ਆ ਉਹਨਾਂ ਨੂੰ ਨਜਿੱਠਦੇ ਆ, ਵਿੱਚ ਰਹਿ ਕੇ ਨਜਿੱਠਦੇ ਆ, ਤੇ ਜਦੋਂ ਸਿਰਾਂ ਤੋਂ ਪਾਣੀ ਲੰਘਦਾ ਫਿਰ ਅਸੀਂ ਵੱਡੋ ਅੱਡ ਵੀ ਹੋ ਜਾਂਦੇ ਆ। ਇਸ ਕਰਕੇ ਅਸੀਂ ਸਮਝਦੇ ਆ ਵੀ ਇਹ ਜਿਹੜਾ ਸਾਰਾ ਆ ਇਹ ਸਿਰ ਤੋਂ ਪਾਣੀ ਲੰਘਣ ਵਾਲੀ ਗੱਲ ਹੋ ਗਈ। ਇਹ ਹਾਲਾਤ ਵੀ ਜਿਹੜੇ ਆ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਦੇ ਹੋਏ ਆ, ਤੇ ਉਹਨਾਂ ਨੂੰ ਮੁੱਖ ਰੱਖ ਕੇ ਬਾਹਰ ਆ ਗਏ। ਬਾਹਰ ਆਣ ਕੇ ਇਹਨਾਂ ਨੇ ਜੋ ਮੈਂ ਸਮਝਾਂ ਮੁੱਦੇ ਉਠਾਏ ਆ, ਠੀਕ ਨੇ। ਅੱਜ ਦਾ ਮੇਨ ਮੁੱਦਾ ਤੁਸੀਂ ਕਲਿਆਣਪੁਰ ਵਾਲੇ ਸਰੂਪ ਦੀ ਗੱਲ ਕਰ ਰਹੇ ਹੋ। ਬਰਗਾੜੀ ਵਾਲਾ ਸਰੂਪ ਅਸੀਂ ਕਿਤੇ ਨਾ ਕਿਤੇ ਭੁੱਲ ਚੁੱਕੇ ਹਾਂ ਕਿ ਬਰਗਾੜੀ ਵਾਲੀ ਆਵਾਜ਼ ਕਿਉਂ ਨਹੀਂ ਅਜੇ ਤੱਕ ਜ਼ਿਕਰ ਕੀਤਾ। ਬਰਗਾੜੀ ਵੇਖੋ, ਅੱਜ ਵੀ ਮੈਂ ਤੁਹਾਨੂੰ ਕਹਿ ਦਿੰਦਾ, ਜੇ ਬਰਗਾੜੀ ਦਾ ਜਿਹੜਾ ਕੇਸ ਹੋਇਆ ਉਹਦੇ ਵਿੱਚ 1.5 ਸਾਲ ਦੇ ਵਿੱਚ ਅਕਾਲੀ ਸਰਕਾਰ, 3.5 ਸਾਲ ਦੇ ਵਿੱਚ ਜਿਹੜੀ ਆ ਇਹ ਕੈਪਟਨ ਦੀ ਸਰਕਾਰ ਨੇ ਕੁਝ ਨਹੀਂ ਕੀਤਾ। ਤੇ ਜੇ ਮੈਂ ਸਮਝਾਂ ਦੋਸ਼ੀਆਂ ਨੂੰ ਫੜ ਕੇ ਸਰਦਾਰ ਜੀ ਫਾਂਸੀ ਦੀ ਸਜ਼ਾ ਦਿੱਤੀ ਹੁੰਦੀ, ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਵੀ ਜਿਹੜਾ ਪਾਵਨ ਸਰੂਪ ਜਿਹੜਾ ਚੋਰੀ ਬਣਾਉਂਦਾ। ਆਮ ਲੋਕਾਂ ਨੂੰ ਫੜ ਕੇ ਸਜ਼ਾਵਾਂ ਦੇ ਦਿੱਤੀਆਂ ਜਾਂਦੀਆਂ। UAPA ਐਕਟ ਦੇ ਵਿੱਚ ਇਹੋ ਜਿਹੀ ਧਾਰਾ ਹੈਗੀ ਆ ਕਿ ਅੰਦਰ ਕਰਕੇ ਬਾਅਦ ਜ਼ਮਾਨਤਾਂ ਵੀ ਨਹੀਂ ਹੁੰਦੀਆਂ, ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਆ, ਉਹਦੇ ਜਿਹੜੇ ਦੋਸ਼ੀ ਫੜ ਕੇ ਉਹਨਾਂ ਨੂੰ ਜ਼ਮਾਨਤਾਂ ਵੀ ਦੇ ਦਿੱਤੀਆਂ ਜਾਂਦੀਆਂ। ਨਹੀਂ, ਉਹ ਗੱਲ ਇਹ ਆ ਵੀ ਅਜੇ ਤੇ ਦੋਸ਼ੀ ਨਹੀਂ ਫੜੇ ਨਾ, ਅਸਲ ਤਾਂ ਦੋਸ਼ੀ ਵੇਖੋ ਫੜੇ ਨਹੀਂ। ਦੱਸੋ ਕਿਹੜਾ ਅਸਲ ਦੋਸ਼ੀ ਜਿਹੜਾ ਇੰਨਾ ਸੰਗੀਨ ਕਾਂਡ ਹੋਇਆ ਹੋਵੇ, ਏਡੀ ਵੱਡੀ ਗੱਲ ਹੋਈ ਹੋਵੇ, ਤੇ ਅਜੇ ਤੱਕ ਨਾ ਤਾਂ ਮੈਂ ਸਮਝਾਂ ਵੀ 1.5 ਸਾਲ ਬਾਦਲ ਸਰਕਾਰ ਨੇ ਤੇ ਸਮਝੋ, ਮੈਂ ਸਮਝਾਂ ਵੀ ਉਹਨਾਂ ਦੇ ਸਿੰਘ ਵੀ ਉੱਥੇ ਸ਼ਹੀਦ ਕਰਤੇ, ਸੈਂਕੜੇ ਜ਼ਖਮੀ ਵੀ ਕਰ ਦਿੱਤੇ ਉਹਨਾਂ ਨੇ, ਤੇ ਇਹ ਕਾਂਡ ਨੂੰ ਕੀ ਲੈਣਾ ਸੀਗਾ। 3.5 ਸਾਲ ਕੈਪਟਨ ਦੇ ਹੋ ਗਏ, ਇਹਨੇ ਕੱਖ ਨਹੀਂ ਕੀਤਾ। ਖਾਧੀਆਂ ਜਾਂਦੀਆਂ ਗੁਟਕਾ ਸਾਹਿਬ ਦੀਆਂ, ਨਸ਼ਾ ਮੁਕਤ ਪੰਜਾਬ ਸਿਰਜਾਂਗੇ। ਅੱਜ ਥੋੜੀ ਦੇਰ ਪਹਿਲਾਂ ਦੀ ਜੇ ਗੱਲ ਕਰਦੇ ਆ ਤੇ ਭਾਜਪਾ ਵੱਲੋਂ ਵੀ ਅੱਜ ਪੁਤਲਾ ਫੂਕਿਆ ਜਾ ਕੈਪਟਨ ਅਮਰਿੰਦਰ ਸਿੰਘ ਦਾ ਕਿ ਨਸ਼ੇ ਨੂੰ ਗਲਤਾਨ ਕਰਤਾ। ਅੱਜ ਤੋਂ 10 ਸਾਲ ਪਹਿਲਾਂ ਰਾਜ ਭਾਗ ਦੀ ਜਦੋਂ ਗੱਲ ਕਰਦੇ ਆ ਉਹ ਸ਼ਾਇਦ ਚੇਤਾ ਭੁੱਲ ਜਾਂਦਾ। ਕਿਤੇ ਚਿੱਟੇ ਦੇ ਨਸ਼ੇ ਦੀ ਗੱਲ ਕਰਦੇ ਆ, ਨੌਜਵਾਨੀ ਬਰਬਾਦ ਹੋ ਜਾਂਦੀ ਆ, ਕਿਤੇ ਸ਼ਰਾਬ ਦੇ ਨਸ਼ੇ ਦੇ ਵਿੱਚ 100 ਤੋਂ ਵੱਧ ਜਾਨਾਂ ਜਾ ਜਾਂਦੀਆਂ। ਇਹ ਬਿਲਕੁਲ ਤੁਹਾਡੀ ਗੱਲ ਠੀਕ ਆ। ਮੈਂ ਅੱਜ ਵੀ ਕਹਿੰਦਾ 10 ਸਾਲ ਰਾਜ ਭਾਗ ਰਿਹਾ ਅਕਾਲੀ ਸਰਕਾਰ ਦਾ, ਔਰ ਮੈਂ ਇਹ ਸਮਝਦਾ ਵੀ ਇਹ ਨਹੀਂ ਵੀ ਨਸ਼ੇ ਜਦੋਂ ਦੀ ਦੁਨੀਆ ਬਣੀਆਂ ਹੈਗੇ ਸੀਗੇ,
ਪਰ ਜਿਹੜੀ ਪਰਸੈਂਟੇਜ ਜੇ 5% ਤੋਂ 70% ਤੱਕ ਵਧੇ ਤੇ ਫਿਰ ਸਾਨੂੰ ਸ਼ਰਮ ਵਾਲੀ ਗੱਲ ਆ ਵੀ ਅਕਾਲੀ ਸਰਕਾਰ ਹੋਵੇ ਤੇ ਸਾਡਾ ਜਿਹੜਾ ਨਸ਼ੇ ਜਿਹੜੇ ਆ ਉਹ ਇੰਨੇ ਵੱਧ ਜਾਣ। ਤੇ ਚਾਹੀਦਾ ਤੇ ਇਹੀ ਵੀ ਜੇ 5% ਦੇ ਤੋਂ ਥੱਲੇ ਆਉਂਦੇ, ਨਸ਼ਾ ਤਾਂ ਘਟਾਉਣਾ ਚਾਹੀਦਾ ਸੀ, ਇਹ ਵੱਧ ਗਿਆ। ਇਸੇ ਤਰ੍ਹਾਂ ਹੁਣ ਅਗਲੀਆਂ ਸਰਕਾਰਾਂ ਕਰਨ ਰਹੀਆਂ, ਉਹ ਵੀ ਤੁਹਾਡੇ ਸਾਹਮਣੇ ਆ। ਤੇ ਜਿਹੜਾ ਮੈਂ ਸਮਝਦਾ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੈਪਟਨ ਸਾਹਿਬ ਨੇ ਜਿਹੜੀ ਸਹੁੰ ਖਾਧੀ ਆ ਉਹ ਤੁਹਾਡੇ ਸਾਹਮਣੇ ਆ। ਨਾ ਤਾਂ ਉਹਨੇ ਵੀ ਸਹੁੰ ਖਾਧੀ ਸੀ ਵੀ ਮੈਂ 4 ਹਫ਼ਤਿਆਂ ਦੇ ਅੰਦਰ ਅੰਦਰ ਬਰਗਾੜੀ ਦੇ ਦੋਸ਼ੀ ਫੜ ਕੇ ਜੇਲ੍ਹਾਂ 'ਚ ਸੁੱਟੂੰਗਾ, ਤੇ ਇਹ ਵੀ ਕਿਹਾ ਸੀ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰੂੰਗਾ, ਤੇ ਦੋਵੇਂ ਚੀਜ਼ਾਂ ਨਹੀਂ ਕੀਤੀਆਂ। ਵੋਟ ਰਾਜਨੀਤੀ ਲੱਗਦਾ ਕਿਤੇ ਨਾ ਕਿਤੇ ਖੇਡੀ ਜਾਂਦੀ ਆ, ਪਰ ਆਮ ਲੋਕ ਵਿਚਾਰੇ ਫਸ ਜਾਂਦੇ ਆ, ਵੋਟਾਂ ਵੀ ਪਾ ਦਿੰਦੇ ਆ, ਉਸ ਤੋਂ ਬਾਅਦ 'ਚ ਫਿਰ ਉਸੇ ਹੀ ਹਾਲਾਤ ਦੇ ਵਿੱਚ ਹੁੰਦੇ। ਨਹੀਂ ਬਹੁਤ ਬਿਲਕੁਲ ਠੀਕ ਗੱਲ ਤੁਹਾਡੀ, ਇਹ ਗੱਲ ਬਹੁਤ ਮਾੜੀ ਆ। ਔਰ ਇਹਨੂੰ ਜੇ ਵੇਖੋ ਅੱਜ ਵੀ ਮੈਂ ਸਮਝਾਂ ਕਿ ਜੇ ਪੰਜਾਬ ਦਾ ਮਾਹੌਲ ਜਿਹੜਾ ਜੇ ਮੁੜ ਕੇ ਦੁਬਾਰਾ ਬਰਗਾੜੀ ਵਰਗਾ ਕਾਂਡ ਹੋ ਗਿਆ ਤੇ ਪੰਜਾਬ ਦਾ ਮਾਹੌਲ ਅੱਗੇ ਨਾਲੋਂ ਵਿਗੜ ਜੂਗਾ। ਜਿਹੜਾ ਕਲਿਆਣਪੁਰ ਵਾਲੇ ਸਰੂਪ ਦੀ ਗੱਲ ਕਰ ਰਹੇ ਆ, ਸਰੂਪ ਚੋਰੀ ਹੋ ਜਾਂਦਾ ਵਾ, ਕਈ ਦਿਨ ਹੋ ਚੁੱਕੇ ਆ, ਵੱਖੋ ਵੱਖਰੀਆਂ ਪਾਰਟੀਆਂ ਉੱਥੇ ਪਹੁੰਚਦੀਆਂ ਵਾ। ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜ਼ਿਕਰ ਕੀਤਾ ਸੀ ਕਿ ਜੇ ਬੁਰਜਵਾਰ ਸਿੰਘ ਵਾਲਾ 'ਚ ਗਲਤੀ ਕੀਤੀ ਸੀ ਉਹਨਾਂ ਨੇ, ਇਹ 'ਚ ਕੋਈ ਸ਼ੱਕ ਨਹੀਂ। 1.5 ਸਾਲ ਸਰਕਾਰ ਰਹਿੰਦੀ ਆ, ਜੇ ਝੂਠੇ ਸੌਦੇ ਵਾਲਾ ਸ਼ਾਇਦ ਉਦੋਂ ਫੜ ਲਿਆ ਜਾਂਦਾ ਜਾਂ ਉਹਦੇ ਪੈਰੋਕਾਰ ਫੜ ਲਏ ਜਾਂਦੇ ਤੇ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਦੀਆਂ। ਪਰ ਅੱਜ ਯਾਦ ਆਇਆ, ਉਹ ਵੀ ਉੱਥੇ ਜਾ ਕੇ ਬਹਿੰਦੇ ਆ, ਵੱਖੋ ਵੱਖਰੀਆਂ ਹੋਰ ਪਾਰਟੀਆਂ ਉੱਥੇ ਜਾ ਕੇ ਬੈਠਦੇ। ਆਹ ਚਲੋ ਇਹ ਤੇ ਹੁਣ ਹੰਝੂ ਦੇ ਮਗਰਮੱਛ ਵਾਲੇ ਹੰਝੂ ਹੁਣ ਕੇਰੀ ਜਾਣ, ਇਹ ਤੇ ਹੁਣ ਤੁਹਾਡੇ ਸਾਹਮਣੇ ਆ। ਧੰਨਵਾਦ ਜੀ। ਵੀਰ ਜੀ ਸਾਡੇ ਨਾਲ ਹੈਗੇ ਆ, ਨਾਮ ਪੁੱਛਦੇ ਕੀ ਸ਼ੁਭ ਨਾਮ ਵੀਰ ਜੀ? ਗੁਰਪ੍ਰੀਤ ਸਿੰਘ ਕਲਕੱਤਾ। ਸੌਰੀ, ਗੁਰਪ੍ਰੀਤ ਸਿੰਘ ਕਲਕੱਤਾ। ਗੁਰਪ੍ਰੀਤ ਸਿੰਘ ਕਲਕੱਤਾ। ਇਹ ਸਰਦਾਰ ਗੁਰਪ੍ਰੀਤ ਸਿੰਘ ਜੀ ਕਲਕੱਤਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਸ਼ਹਿਰ ਦੇ, ਤੇ ਸਰਦਾਰ ਮਨਜੀਤ ਸਿੰਘ ਜੀ ਕਲਕੱਤਾ ਜਿਹੜੇ ਮਿਨਿਸਟਰ ਰਹੇ ਨੇ ਉਹਨਾਂ ਦੇ ਬੇਟੇ ਨੇ। ਕੀ ਕਹਿਣਾ ਜੋ ਅੱਜ ਦਾ ਜੋ ਪ੍ਰੋਟੈਸਟ ਤੁਸੀਂ ਕਰ ਰਹੇ ਹੋ, ਜੋ ਮੰਗ ਪੱਤਰ ਦੇਣਾ? ਇਹ ਮੰਗ ਪੱਤਰ ਜੀ ਦੇਖੋ ਜੀ, ਇਹ ਇੱਕ ਬੜੀ ਮੇਰੇ ਹਿਸਾਬ ਨਾਲ ਬੜੀ ਸੋਚੀ ਸਮਝੀ ਸਾਜ਼ਿਸ਼ ਹੋ ਰਹੀ ਹੈ। ਇਹ ਜਿਹੜੇ ਗੁਰੂ ਸਾਹਿਬ ਦੇ ਸਰੂਪ ਜਿਹੜੇ ਇਸ ਤਰ੍ਹਾਂ ਬੇਅਦਬੀਆਂ ਹੋ ਰਹੀਆਂ, ਚੋਰੀ ਹੋ ਰਹੇ ਆ, ਤੇ ਉਸੇ ਸਿਲਸਿਲੇ 'ਚ ਜਿਹੜਾ ਹੁਣ ਜ਼ਿਲ੍ਹਾ ਪਟਿਆਲੇ ਦੇ ਪਿੰਡ ਕਲਿਆਣ 'ਚ ਜਿਹੜਾ ਗੁਰੂ ਸਾਹਿਬ ਦਾ ਸਰੂਪ ਚੋਰੀ ਹੋਇਆ, ਉਹ ਬਹੁਤ ਹੀ ਮੰਦਭਾਗੀ ਘਟਨਾ ਹੈ। ਤੇ ਇਹਦੇ ਪਿੱਛੇ ਬਹੁਤ ਪਲਾਨਡ ਕੋਈ ਇਹਨਾਂ ਦੀ ਗੱਲਾਂ ਹੈਗੀਆਂ ਸਰਕਾਰਾਂ ਦੀਆਂ, ਵੋਟ ਪੋਲਿਟਿਕਸ ਹੈਗੀ ਆ, ਹੋਰ ਬਹੁਤ ਕੁਝ ਚੀਜ਼ਾਂ ਹੈਗੀਆਂ ਜਿਹੜੀ ਕਿ ਦੇਖੋ ਮੇਰੇ ਹਿਸਾਬ ਨਾਲ ਇੰਨਾ ਵੱਡਾ ਕਾਂਡ ਜਿਹੜਾ ਹੋ ਰਿਹਾ, ਇਹ ਸਰਕਾਰਾਂ ਦੀ ਜਾਂ ਬਹੁਤ ਹਾਈ ਲੈਵਲ ਤੇ ਮਿਲੀ ਭੁਗਤ ਨਾ ਹੋਵੇ ਤੇ ਨਹੀਂ ਹੋ ਸਕਦੀ। ਕਿਉਂਕਿ ਹਾਲੇ ਤੱਕ ਕੋਈ ਵੀ ਮੁਜਰਮ ਨਹੀਂ ਫੜਿਆ, ਤੇ ਇਹਦਾ ਮਤਲਬ ਸਿੱਧਾ ਮਤਲਬ ਇਹ ਹੈ ਕਿ ਕਿਧਰੇ ਨਾ ਕਿਧਰੇ ਐਡਮਿਨਿਸਟ੍ਰੇਸ਼ਨ ਨੂੰ ਇਸ ਚੀਜ਼ ਨੂੰ ਦਬਾਉਣ 'ਚ ਲੱਗੀ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਿਹੜੀ ਸਜ਼ਾ ਦੀ ਮੰਗ ਕਰਦਾ ਵਾ ਜੇ ਆਉਣ ਵਾਲੇ ਸਮੇਂ ਦੋਸ਼ੀ ਫੜ ਜਾਂਦਾ? ਮੰਗ ਕੀ? ਦੇਖੋ ਜੀ, ਐਕਸੈਪਸ਼ਨਲ ਸਜ਼ਾ ਹੋਣੀ ਚਾਹੀਦੀ ਹੈ, ਤਾਂ ਕਿ ਦੇਖੋ ਕਾਨੂੰਨ ਜਿਹੜਾ ਹੁੰਦਾ, ਕਾਨੂੰਨ ਦਾ ਮੇਨ ਮੋਟਿਵ ਇਹ ਹੈ ਕਿ ਜੁਰਮ ਨੂੰ ਰੋਕਣਾ, ਤੇ ਇਹ ਜੁਰਮ ਬੜਾ ਸੰਗੀਨ ਹੈ, ਤੇ ਸੰਗੀਨ ਜੁਰਮ ਦੇ ਹਿਸਾਬ ਨਾਲ ਉਹਦਾ ਸਜ਼ਾ ਵੀ ਬੜੀ ਸੰਗੀਨ ਹੋਣੀ ਚਾਹੀਦੀ ਹੈ, ਤਾਂ ਜੋ ਅੱਗੇ ਕੋਈ ਵੀ ਇਹੋ ਜਿਹਾ ਕੰਮ ਕਰਨ ਦੀ ਹਿੰਮਤ ਨਾ ਕਰ ਸਕੇ। ਸਵਰਨਜੀਤ ਸਿੰਘ ਕੁਰਾਲੀਆਂ ਜਥੇਬੰਦ ਸਕੱਤਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸਾਡੇ ਨਾਲ ਜੁੜ ਚੁੱਕੇ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ, ਫਤਿਹ ਜੀ, ਫਤਿਹ। ਬੁਰਜਵਾਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੁੰਦੇ ਆ, ਅਜੇ ਤੱਕ ਕੌਮ ਖਮਿਆਜਾ ਭੁਗਤ ਰਹੀ ਆ। ਫਿਰ ਪਿੰਡ ਕਲਿਆਣ ਤੋਂ ਵੀ ਸਰੂਪ ਚੋਰੀ ਹੋ ਜਾਂਦੇ ਆ। ਇਸ ਟਾਈਮ ਤੇ ਜੇ ਗੱਲ ਕਰੀਏ, ਅਕਾਲੀ ਦਲ ਟਕਸਾਲੀ ਆਪਣਾ ਸੰਘਰਸ਼ ਕਰ ਰਿਹਾ ਵਾ। ਸ਼੍ਰੋਮਣੀ ਅਕਾਲੀ ਦਲ ਜਿਹਨੇ ਕਿ 1.5 ਸਾਲ ਰਾਜ ਭਾਗ ਉਸ ਟਾਈਮ ਤੇ ਭੋਗਿਆ, ਪਰ ਨਾ ਤੇ ਉਸ ਟਾਈਮ ਬੋਲੇ, ਪਰ ਇਸ ਟਾਈਮ ਕਲਿਆਣਪੁਰ ਪਿੰਡ ਦੇ ਜ਼ਰੂਰ ਬੈਠ ਜਾਂਦਾ ਜਾ। ਗੱਲ ਆ ਇਹ ਸਿੱਖ ਕੌਮ ਦੇ ਹਿਰਦਿਆਂ ਦੇ ਵਿੱਚ ਇਹ ਗੱਲ ਵੱਸ ਗਈ ਆ ਵੀ ਕੀ ਕੁਝ ਸਾਡੇ ਨਾਲ ਹੋਇਆ ਤੇ ਕਿਹਨੇ ਕੀਤਾ। ਇਹ ਸਾਰੀ ਦੁਨੀਆ ਨੂੰ ਪਤਾ ਵੀ ਸੁਖਬੀਰ ਨੇ ਆਪਣੀ ਵੋਟਾਂ ਦੀ ਖਾਤਰ ਰਾਮ ਰਹੀਮ ਨਾਲ ਇਹ ਵੋਟਾਂ ਲੈਣ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋ ਵੀ ਕੁਝ ਕੀਤਾ, ਇਹਨੇ ਸੁਖਬੀਰ ਬਾਦਲ ਨੇ ਕੀਤਾ ਤੇ ਬਿਕਰਮ ਮਜੀਠੀਆ ਨੇ ਵੀ ਕੀਤਾ। ਇਹਦੇ ਵਿੱਚ ਦੋ ਰਾਇ ਨਹੀਂ ਕੀਆਂ। ਇਹ ਜਦੋਂ ਕਿ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਤੁਹਾਡਾ ਗੁਰੂ ਗ੍ਰੰਥ ਸਾਹਿਬ ਅਸਾਂ ਚੋਰੀ ਕਰ ਲਿਆ, ਜੇ ਤੁਹਾਡੇ 'ਚ ਹਿੰਮਤ ਆ ਤੇ ਲੱਭ ਕੇ ਦੱਸੋ। ਤੇ ਫਿਰ ਇਹ ਸਰਕਾਰ ਜਿਹੜੀ ਇਹ ਬਾਦਲ ਸਾਹਿਬ ਦਾ ਕੀੜੀ ਤੁਰੀ ਜਾਂਦੀ ਦੇਖ ਪੈਂਦੀ ਆ। ਤੇ ਕੀ ਗੱਲ ਇਹਨੂੰ ਅਜੇ ਤੱਕ 2.5 ਸਾਲ ਇਹਨੇ ਉਸ ਟਾਈਮ ਤੇ ਵੀ ਕੱਟੇ ਆ। ਇਹਨੂੰ ਨਹੀਂ ਸੀ ਪਤਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਬੀੜਾਂ ਕਿੱਥੇ ਨੇ, ਕਿੰਨੇ ਸਰੂਪ ਜਿਹੜੇ ਬਾਜ਼ਾਰਾਂ ਦੇ ਵਿੱਚ ਸਾੜੇ, ਨਾਲੀਆਂ ਗੰਦੀਆਂ ਨਾਲੇ ਸੁੱਟੇ। ਸਰ ਮਾਫ ਕਰਨਾ, ਮੈਂ ਇੱਕ ਸਵਾਲ ਜ਼ਰੂਰ ਕਰੂੰਗਾ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੋਂ ਬ੍ਰਹਮਪੁਰਾ ਸਾਹਿਬ ਵੀ ਉਹਨਾਂ ਦਿਨਾਂ ਦੇ ਵਿੱਚ ਇਕੱਠੇ ਹੀ ਸੀ। ਕੀ ਆਪਸ ਵਿੱਚ ਕੋਈ ਗੱਲਬਾਤ ਨਹੀਂ ਸੀ ਹੋਈ? ਨੌਜਵਾਨੀ ਸੜਕਾਂ ਤੇ ਸੀ, ਪਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਘਰਾਂ 'ਚ ਬੈਠਾ ਸੀ ਜਦੋਂ ਪ੍ਰੋਟੈਸਟ ਹੋਈ ਸੀ। ਬਹੁਤ ਵਧੀਆ ਸਵਾਲ ਆ ਤੁਹਾਡਾ, ਜਾਇਜ਼ ਆ ਸਵਾਲ ਤੁਹਾਡਾ। ਵੇਖੋ, ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਤੇ ਇਹ ਗੱਲਾਂ ਹੋਈਆਂ ਨੇ, ਅਸੀਂ ਤੇ ਮੇਰੇ ਸਾਥੀਆਂ ਨੇ ਉਸੇ ਵਾਲੇ ਅਕਾਲੀ ਦਲ ਬਾਦਲ ਨੂੰ ਲਵੈਦਾ ਕਹਿ ਦਿੱਤਾ, ਲਾਂਬੇ ਹੋ ਗਏ। ਇਹਨਾਂ ਲੋਕਾਂ ਨੂੰ ਅਸੀਂ ਮਿਲਦੇ ਰਹੇ ਹਾਂ। ਇਹਨਾਂ ਲੋਕਾਂ ਨੇ ਇਹੋ ਹੀ ਸਾਨੂੰ ਬ੍ਰਹਮਪੁਰਾ ਸਾਹਿਬ ਤੇ ਸਾਡੇ ਜਿਹੜੇ ਹੋਰ ਸੀ, ਸਠਿਆਲਾ ਸਾਹਿਬ ਜਾਂ ਸਾਡੇ ਅਜਨਾਲਾ ਸਾਹਿਬ, ਹੋਰ ਵੀ ਸੇਵਾ ਸਿੰਘ ਸੇਖਵਾਂ, ਇਹ ਸਾਨੂੰ ਇਹ ਗੱਲ ਕਹਿੰਦੇ ਰਹੇ ਵੈਸੇ ਕਿ ਯਾਰ ਅਸੀਂ ਮੀਟਿੰਗ ਦੇ ਵਿੱਚ ਗੱਲ ਕਰਦੇ ਹਾਂ, ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ, ਕੀ ਕਰੀਏ ਅਸੀਂ। ਤੇ ਮੀਟਿੰਗ ਦੇ ਵਿੱਚ ਰਹਿ ਕੇ, ਪਾਰਟੀ 'ਚ ਰਹਿ ਕੇ, ਤੇ ਸਾਡਾ ਅਸੀਂ ਚਾਹੁੰਦੇ ਵੀ ਪਾਰਟੀ 'ਚ ਰਹਿ ਕੇ ਗੱਲ ਕਰੀਏ ਤੇ ਇਹਦਾ ਹੱਲ ਕੋ ਕੱਢੀਏ, ਪਰ ਨਹੀਂ ਨਿਕਲਿਆ। ਫਿਰ ਬ੍ਰਹਮਪੁਰਾ ਸਾਹਿਬ ਨੇ ਆਖਿਆ ਵੀ ਸਾਡੀਆਂ ਬਾਹਾਂ ਖੜੀਆਂ ਵਾ, ਸਾਨੂੰ ਇਨਸਾਫ ਨਹੀਂ ਮਿਲਣਾ, ਇੱਥੋਂ ਅਸੀਂ ਬਾਹਰ ਆ ਗਏ। ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰ ਅਕਾਲੀ ਦਲ ਦੀ ਨਹੀਂ ਆਈ, ਰਾਜ ਭਾਗ ਮਿਲਿਆ ਨਹੀਂ, ਬ੍ਰਹਮਪੁਰਾ ਸਾਹਿਬ ਵੀ ਸਾਈਡ ਤੇ ਹੋ ਜਾਂਦੇ ਆ, ਢੀਂਡਸਾ ਸਾਹਿਬ ਸਾਈਡ ਤੇ ਹੋ ਜਾਂਦੇ, ਜੇ ਸ਼ਾਇਦ ਰਾਜ ਭਾਗ ਮਿਲ ਜਾਂਦਾ ਤੇ ਸਾਰਿਆਂ ਨੂੰ ਬਾਹਰ ਆਉਣ ਦੀ ਲੋੜ ਨਹੀਂ ਸੀ ਪੈਣੀ। ਵੇਖੋ, ਇਹ ਗੱਲਾਂ ਤੇ ਉਹਨਾਂ ਦੇ ਉੱਤੇ ਨਿਰਭਰ ਕਰਦੀਆਂ ਨੇ। ਮੈਂ ਸਮਝਦਾ ਕਿ ਬ੍ਰਹਮਪੁਰਾ ਸਾਹਿਬ ਇਸ ਜਿਹੜਾ ਵਾਅਦਾ ਲੋਕਾਂ ਨਾਲ ਕੀਤਾ ਸੀ ਨਾ ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੈਂ ਨਹੀਂ ਬਰਦਾਸ਼ਤ ਕਰ ਸਕਦਾ। ਮੈਂ ਢੀਂਡਸਾ ਸਾਹਿਬ ਦੀ ਗੱਲ ਨਹੀਂ ਕਰਦਾ ਕਿ ਢੀਂਡਸਾ ਸਾਹਿਬ ਨੇ ਆਪਣੇ ਪੁੱਤ ਨੂੰ ਤਾਂ ਫਿਰ ਟਿਕਟ ਦੇ ਦਿੱਤੀ ਸੀ, ਉਸ ਟਾਈਮ ਤੋਂ ਬਾਅਦ ਫਿਰ ਐਮਪੀ ਲੜਾਈ ਸੀ, ਹਾਰ ਗਿਆ। ਪਰ ਬ੍ਰਹਮਪੁਰਾ ਸਾਹਿਬ ਨੇ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ। ਬ੍ਰਹਮਪੁਰਾ ਸਾਹਿਬ ਨੂੰ ਹੌਲੀ ਹੌਲੀ ਕਰਕੇ ਸਾਰੇ ਛੱਡ ਕਿਉਂ ਰਹੇ ਆ ਇਸ ਟਾਈਮ ਦੇ ਉੱਤੇ? ਬੋਨੀ ਸਾਈਡ ਤੇ ਹੋ ਜਾਂਦਾ, ਫਿਰ ਉਹ ਵਾਪਸ ਕਹਿੰਦਾ ਕਿ ਮੈਂ ਵਾਪਸ ਚਲਾ ਗਿਆ ਵਾਂ। ਦੂਜੇ ਪਾਸੇ ਜੇ ਕੱਲ ਕੇ ਢੀਂਡਸਾ ਸਾਹਿਬ ਨੂੰ ਲੈ ਕੇ ਆਉਣ ਵਾਲੇ ਬ੍ਰਹਮਪੁਰਾ ਸਾਹਿਬ ਦਾ ਸਾਥ ਸੀ, ਪਰ ਉਹ ਵਾਪਸ ਫਿਰ ਚਲ ਗਏ ਆ। ਵੇਖੋ, ਗੱਲ ਇਹ ਆ, ਇਹ ਤੇ ਉਹਨਾਂ ਦਾ ਅਖਲਾਕ ਹੈ ਨਾ, ਜਿਹੜੇ ਲੋਕਾਂ ਨੇ, ਮੈਂ ਜਿੱਥੇ ਦੂਜੇ ਦੋਸ਼ੀ ਆ ਉਹਨਾਂ ਨੂੰ ਵੀ ਦੋਸ਼ੀ ਸਮਝਦਾ। ਸਰਾਜ ਸੇਖਵਾਂ ਸਾਹਿਬ, ਜਿੱਦਣ ਇਹ 14 ਦਸੰਬਰ ਨੂੰ ਆਪਾਂ ਅਕਾਲੀ ਦਲ ਦਾ 99 ਸਾਲਾ ਮਨਾਇਆ, ਤੇ ਸਭ ਤੋਂ ਪਹਿਲੋਂ ਅਰਦਾਸ ਕਰਨ ਵਾਸਤੇ ਸਾਡੇ ਨਾਲ ਸੇਖਵਾਂ ਸਾਹਿਬ ਹੀ ਗਿਆ ਵਾ, ਤੇ ਇਹਨੇ ਸਾਨੂੰ ਮਜਬੂਰ ਕੀਤਾ ਵੀ ਆਪਾਂ ਸਾਰੇ ਅਕਾਲ ਤਖਤ ਤੇ ਚੱਲੀਏ। ਮੈਂ ਫਿਰ ਵੀ ਮੈਂ ਇਹਨਾਂ ਨੂੰ ਇਹ ਗੱਲ ਆਖੀ ਸੀ ਵੀ ਘੜੀ ਬੜੀ ਸਮਾਂ ਨਹੀਂ ਆਪਾਂ ਖਾਣੀ, ਜਾਂ ਮੈਂ ਨਹੀਂ ਜਾਣਾ। ਇੱਕ ਸੌ ਪਹਿਲੋਂ ਵੀ ਖਾਧੀ ਗਈ ਸੀ, ਬੋਨੀ ਜਨਾਲਾ ਵੱਲੋਂ ਵੀ, ਸੇਵਾ ਸਿੰਘ ਸੇਖਵਾਂ ਸਿੰਘ ਵੱਲੋਂ ਵੀ, ਜਦੋਂ ਇਹਨਾਂ ਨੇ ਪਹਿਲੋਂ ਸ਼੍ਰੋਮਣੀ ਅਕਾਲੀ ਦਲ ਬਦਲ ਛੱਡਿਆ। ਕੀ ਲੱਗਦਾ ਕਿ ਇਹਨਾਂ ਵਾਸਤੇ ਸੋਹਾਂ ਨਾ ਮਾਤਰਾ ਕੋਈ ਗੱਲ ਨਹੀਂ ਹੈ ਜੀ? ਨਾ ਮਾਤਰਿਆ। ਬੋਨੀ ਨੇ ਵੀ ਜੋ ਕੀਤਾ ਇਹਦਾ ਫਲ ਉਹਨੂੰ ਭੁਗਤਣਾ ਪਊਗਾ। ਜੇ ਉਹ ਜ਼ਿੰਦਗੀ ਦੇ ਵਿੱਚ, ਮੈਂ ਪਬਲਿਕ ਦੇ ਵਿੱਚ ਕਹਿ ਰਿਹਾ, ਜੇ ਕਦੇ ਐਮਐਲਏ ਬਣ ਜਾਵੇ ਤਾਂ ਮੈਨੂੰ ਆਖ ਦਿਓ, ਦੱਸ ਦਿਓ, ਫਿਰ ਪ੍ਰਮਾਤਮਾ ਦਾ ਨਾਂ ਹੀ ਨਾ ਲਊਗਾ। ਫਿਰ ਜੇ ਇਸ ਤਰ੍ਹਾਂ ਦੇ ਲੋਕ ਰੱਬ ਨੂੰ ਪਿੱਠ ਦੇਣ ਵਾਲੇ ਤੇ ਇਸ ਤਰ੍ਹਾਂ ਧੋਖਾ ਕਰਨ ਵਾਲੇ ਗਾੜੀ ਆ ਜਾਂਦੇ। ਕਲਿਆਣਪੁਰ ਵਾਲੇ ਮਸਲੇ ਤੇ ਆਉਂਦੇ ਆ। ਕਲਿਆਣ ਪਿੰਡ ਦੇ ਵਿੱਚੋਂ ਗੁਰੂ ਸਾਹਿਬ ਚੋਰੀ ਹੁੰਦੇ ਆ, ਬੁਰਜਵਾਰ ਸਿੰਘ ਵਾਲਾ ਸਰੂਪ ਦਾ ਅਜੇ ਤੱਕ ਕੋਈ ਸੌ ਪਤਾ ਨਹੀਂ ਪੂਰਾ ਲੱਗ ਸਕਿਆ। ਅੱਜ ਫਿਰ ਉਹ ਘਟਨਾ ਵਾਪਰੀ। ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਅਣਹੋਣੀ ਵਾਪਰਦੀ ਆ ਤੇ ਕੈਪਟਨ ਨਿਸ਼ਾਨਾ ਹੋਣਗੇ, ਕਾਂਗਰਸ ਨਿਸ਼ਾਨਾ ਹੋਗੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਹਰ ਆ, ਫਿਰ ਮੁਜ਼ਾਹਰੇ ਹੋਣਗੇ। ਪਰ ਉਦੋਂ ਕੈਪਟਨ ਬਾਹਰ ਸੀ, ਉਹ ਮੁਜ਼ਾਹਰੇ ਕਰਦੇ ਸੀ, ਤੇ ਅਕਾਲੀ ਦਲ ਸੱਤਾ ਦੇ ਵਿੱਚ ਸੀ। ਮੈਂ ਇਸ ਗੱਲ ਨੂੰ ਕੈਪਟਨ ਨੂੰ ਬਾਹਰ ਨਹੀਂ ਗਿਣਦਾ, ਤੇ ਨਾ ਮੈਂ ਬਾਦਲ ਨੂੰ ਬਾਹਰ ਗਿਣਦਾ। ਇਹ ਦੋਵੇਂ ਰਿਸ਼ਤੇਦਾਰੀਆਂ ਨੇ, ਰਾਤ ਦਾ ਖਾਣਾ ਪੀਣਾ ਇਹਨਾਂ ਦਾ ਇਕੱਠਾ, ਤੇ ਦੇਸ਼ ਪੰਜਾਬ ਦਾ ਬੱਚਾ ਵੀ ਸ਼ਹੀਦ ਕਰਨਾ ਪੈ ਜਾਏ ਇਹਨਾਂ ਨੂੰ ਕੁਰਸੀ ਚਾਹੀਦੀ ਹੈ ਦੋਵਾਂ ਨੂੰ। ਇਹ ਕਰ ਸਕਦੇ ਆ। ਜਦੋਂ ਬੱਚਾ ਕਿਸੇ ਦਾ ਸਮੈਕੀ ਜਿਹਾ ਬਣ ਜੇ ਨਾ, ਤੇ ਲੋਕਾਂ ਘਰ ਚੀਕ ਝਾੜੇ ਪੈਣ ਦੇ ਹੋਣ, ਇਹ ਜਸ਼ਨ ਮਨਾਉਣ ਦੇ ਹੋਣ, ਇਹਨਾਂ ਨੂੰ ਸੰਗ ਚਾਹੀਦੀ ਆ। ਗੱਲ ਤੁਸੀਂ ਕੀਤੀ ਆ ਇਸ ਮਹਾਰਾਜ ਸਰੂਪ ਦੀ, ਇਹ ਇਸੇ ਵਾਸਤੇ ਕੀਤਾ ਗਿਆ ਵਾ ਕਿ ਇਹ ਜਦੋਂ ਮਹਾਰਾਜ ਸਰੂਪ ਐਡਾ ਕੀਮਤੀ ਸਰੂਪ ਆ, ਇਹਨੂੰ ਇੱਕ ਲੋਕ ਥੱਲੇ ਰੱਖਦੇ ਆ, ਇਹਦੇ 4 ਲੋਕ ਨੇ ਜਿੱਥੇ ਰੱਖਦੇ ਆ। ਉਹਦੀ ਚਾਬੀ ਦੂਜੇ ਥਾਂ, ਦੂਜੇ ਦੀ ਚਾਬੀ ਫਿਰ ਲੋਕ ਤੇ, ਉਹਦੀ ਚਾਬੀ ਫਿਰ ਦੂਜੇ ਲੋਕ ਤੇ। ਟਕਸਾਲੀ ਹੁਣ ਕਿਹੋ ਜਿਹਾ ਅਕਾਲੀ ਦਲ ਟਕਸਾਲੀ ਕਿਹੋ ਜਿਹਾ ਰੋਲ ਨਿਭਾਉਗੇ? ਸਾਡਾ ਜਿਹੜਾ ਅਕਾਲੀ ਦਲ ਆ ਨਾ, ਉਹ ਰੋਲ ਨਿਭਾਊ। ਸਾਡੇ ਨਾਲ ਸੰਗਤ ਥੋੜ੍ਹੀ ਹੋਵੇ, ਬਹੁਤੀ ਹੋਵੇ, ਅਸੀਂ ਸੱਚ ਦੀ ਆਵਾਜ਼ ਉਠਾ ਲੈਣੀ ਆ, ਤੇ ਸਿੱਖ ਕੌਮ ਦੇ ਜਿਹੜੇ ਦਿਲ ਦੀ ਆਵਾਜ਼ ਹੈ ਨਾ, ਉਹ ਕੱਢ ਕੇ ਬਾਹਰ ਲਿਆਉਣੀ ਆ ਵੀ ਸਿੱਖ ਚਾਹੁੰਦੇ ਕੀ ਆ, ਤੇ ਸਿੱਖਾਂ ਨਾਲ ਹੋ ਕੀ ਰਿਹਾ, ਤੇ ਸਾਡੇ ਗੁਰੂ ਨਾਲ ਕੀ ਹੋ ਰਿਹਾ, ਅਸੀਂ ਤੇ ਆਹ ਗੱਲ ਬਾਹਰ ਲਿਆਉਣੀ। ਧੰਨਵਾਦ ਜੀ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਗੱਲ ਕਰੀਏ, ਬ੍ਰਹਮਪੁਰਾ ਸਾਹਿਬ ਦੀ ਗੱਲ ਕਰੀਏ, ਜਾਂ ਗੱਲ ਕਰੀਏ ਢੀਂਡਸਾ ਸਾਹਿਬ ਦੀ, ਸਮਾਂ ਸੀ ਜਦੋਂ ਬੁਰਜਵਾਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੁੰਦੇ ਆ। ਸ਼ਾਇਦ ਅੰਦਰ ਮੀਟਿੰਗਾਂ ਹੁੰਦੀਆਂ ਪਰ ਬਾਹਰ ਨਹੀਂ ਪਤਾ ਲੱਗਦਾ। ਬਾਹਰ ਹੁਣ ਪਤਾ ਲੱਗਾ ਜਦੋਂ ਪਾਰਟੀ ਛੱਡ ਦਿੱਤੀ ਜਾਂਦੀ ਆ।
ਬ੍ਰਹਮਪੁਰਾ ਸਾਹਿਬ ਵੀ ਕਹਿੰਦੇ ਆ ਕਿ ਮੈਂ ਆਵਾਜ਼ ਚੁੱਕਦਾ ਰਿਹਾ, ਢੀਂਡਸਾ ਸਾਹਿਬ ਵੀ ਕਹਿੰਦੇ ਆਵਾਜ਼ ਚੁੱਕਦਾ ਰਿਹਾ, ਪਰ ਜ਼ਿਆਦਾ ਆਵਾਜ਼ ਉਦੋਂ ਚੱਕੀ ਗਈ ਆ ਜਦੋਂ ਪਾਰਟੀ ਛੱਡ ਦਿੱਤੀ ਜਾਂਦੀ ਆ, ਫਿਰ ਸ਼ਾਇਦ ਸਾਡੀਆਂ ਜ਼ਮੀਰਾਂ ਜਾਗਦੀਆਂ ਵਾ। ਅੱਜ ਫਿਰ ਉਹੋ ਹੀ ਭਾਣਾ ਵਾਪਰਦਾ ਵਾ, ਪਿੰਡ ਕਲਿਆਣ ਤੋਂ ਫਿਰ ਗੁਰਦੁਆਰਾ ਸਾਹਿਬ ਤੋਂ ਸਰੂਪ ਚੋਰੀ ਹੋ ਜਾਂਦੇ ਆ, ਫਿਰ ਕਿਤੇ ਨਾ ਕਿਤੇ ਮੌਕਾ ਮਿਲ ਜਾਂਦਾ ਵਾ ਰੋਡਾਂ ਤੇ ਆਉਣ ਦਾ। ਪਰ ਕੀ ਬੁਰਜ ਜੋਹਾਰ ਸਿੰਘ ਵਾਲੇ ਦਾ ਇਨਸਾਫ ਮਿਲ ਚੁੱਕਾ? ਬਾਈਬਲ ਕਲਾਂ ਦਾ ਸਾਨੂੰ ਇਨਸਾਫ ਮਿਲ ਚੁੱਕਾ? ਬਰਗਾੜੀ ਦੇ ਜੋ ਕੁਝ ਹੋਇਆ ਉਹਦਾ ਇਨਸਾਫ ਮਿਲ ਚੁੱਕਾ? ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਅਣਹੋਣੀ ਨਾ ਵਾਪਰੇ, ਪਿੰਡ ਕਲਿਆਣ ਤੋਂ ਚੁੱਕਿਆ ਹੋਇਆ ਸਰੂਪ ਕਿਤੇ ਦੁਬਾਰਾ ਉਸੇ ਪਾਸੇ ਨੂੰ ਲੈ ਜੇ, ਫਿਰ ਨੌਜਵਾਨਾਂ ਨੂੰ ਰੋਡਾਂ 'ਤੇ ਆਉਣਾ ਪਵੇ। ਸ਼ਾਇਦ ਅਕਾਲੀ ਦਲ ਉਦੋਂ ਘੇਰ ਰਿਹਾ ਸੀ ਦੂਜੀਆਂ ਪਾਰਟੀਆਂ ਨੂੰ, ਅੱਜ ਘੇਰ ਰਿਹਾ ਦੂਜੀਆਂ ਪਾਰਟੀਆਂ ਨੂੰ। ਅਕਾਲੀ ਦਲ ਨੂੰ ਉਦੋਂ ਦੂਜੀਆਂ ਪਾਰਟੀਆਂ ਘੇਰ ਰਹੀਆਂ ਸੀ। ਸਮਾਂ ਆਉਂਦਾ, ਸਮਾਂ ਬਦਲ ਜਾਂਦਾ ਵਾ, ਸਰਕਾਰਾਂ ਬਦਲ ਜਾਂਦੀਆਂ, ਕਦੀ ਕਾਂਗਰਸ ਰੋਡ ਤੇ ਹੁੰਦੀ ਆ, ਕਦੀ ਅਕਾਲੀ ਦਾ ਰੋਡ ਤੇ ਹੁੰਦਾ ਵਾ, ਪਰ ਇਨਸਾਫ ਕਦੋਂ ਮਿਲੂਗਾ ਇਹ ਤੇ ਆਉਣ ਵਾਲਾ ਸਮਾਂ ਦੱਸੂਗਾ। ਪਿੰਡ ਕਲਿਆਣ ਦੇ ਗੁਰਦੁਆਰਾ ਸਾਹਿਬ ਬਾਰੇ ਸ਼੍ਰੋਮਣੀ ਦਾ ਅਕਾਲੀ ਦਲ ਟਕਸਾਲੀ ਵੱਲੋਂ ਜਿਹੜਾ ਕਿ ਮੰਗ ਪੱਤਰ ਦਿੱਤਾ ਜਾਣਾ ਵਾ, ਵੇਖਦੇ ਹਾਂ ਆਉਣ ਵਾਲੇ ਸਮੇਂ ਤੇ ਇਹ ਕਿਹੋ ਜਿਹੀ ਕਾਰਵਾਈ ਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।